सतनाम श्री वाहिगुरु जी। सतनाम श्री वाहिगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जोगाद सच है भी सच नानक होसी भी सच सजन सच्चा पातशाह सिर सांद सा जिस पास बैठिया सो ही है सबना दा विसाहो। सतनाम श्री वाहिगुरु साहिब जीओ। मन तन अमृत भिन्ना अंतर प्रेम रतना। अंतर रतन पदार्थ मेरा परम तत्व विचारो। जानत पेख तू सफल उदाता सिर सर देवन हारो। मन तन अमृत भिन्ना। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगे अटल शब्दा अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो। कल शब्द प्रारंभ होया सी राग सूही महला पहला छंद घर दूजा। एक ओंकार सतगुर प्रसाद हम घर साजन आए साचा मेल मिलाए। सहज मिलाए हर मन पाए पंच मिले सुख पाया। अते दूसरी पौड़ी आवो मीत प्यारे मंगल गावो नारे।
ਸਚ ਮੰਗਲ ਗਾਵੋ ਤਾਂ ਪ੍ਰਭਾਵੋ ਸੋ ਹਿਲੜਾ ਜੁਗ ਚਾਰੇ। ਇਹ ਸਾਧ ਸੰਗਤ ਜੀਓ, ਆਪ ਜੀ ਨੇ 2 ਪੌੜੀਆਂ ਦੀ ਕਥਾ ਵਿਚਾਰ ਸਰਵਣ ਕੀਤੀ ਸੀ। ਇਸ ਸ਼ਬਦ ਦੀ ਤੀਜੀ ਪੌੜੀ ਜੋ ਕਿ ਛੰਦ ਸ਼ਬਦ ਹੈ ਪ੍ਰਾਰੰਭ ਹੋ ਰਹੀ ਹੈ। ਪਿਆਰ ਸਤਿਕਾਰ ਨਾਲ ਸਰਵਣ ਕਰੋ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਤਨ ਅੰਮ੍ਰਿਤ ਭਿੰਨਾ। ਜਦੋਂ ਮਨ ਅਤੇ ਤਨ ਅੰਮ੍ਰਿਤ ਨਾਮ ਦੇ ਵਿੱਚ ਭਿੱਜ ਗਿਆ, ਅੰਤਰ ਪ੍ਰੇਮ ਰਤਨਾ। ਤਾਂ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਪ੍ਰੇਮ ਰਤਨ ਦੀ ਤਰ੍ਹਾਂ ਚਮਕਾਇਆ, ਜਾਂ ਪ੍ਰੇਮ ਦੁਆਰਾ ਰਤਨ ਨੂੰ ਬ੍ਰਹਮ ਹਿਰਦੇ ਦੇ ਅੰਦਰ ਸਾਖਿਆਤ ਹੋ ਗਿਆ। ਅੰਤਰ ਰਤਨ ਪਦਾਰਥ ਮੇਰਾ। ਮੇਰੇ ਹਿਰਦੇ ਦੇ ਅੰਦਰ ਰਤਨ ਵੈਰਾਗ ਰੂਪ ਪਦਾਰਥ ਦੇ ਅਸਤਿਤਵ ਹੋਣ ਕਰਕੇ ਪਰਮ ਤਤ ਵਿਚਾਰੋ। ਪਰਮ ਤਤ ਸਭ ਤੋਂ ਉੱਚੇ ਸ੍ਰੇਸ਼ਟ ਪਰਮੇਸ਼ਰ ਦੇ ਸਿਧਾਂਤ ਨੂੰ ਵਿਚਾਰਨਾ ਕੀਤਾ ਹੈ। ਜੰਤ ਭੇਖਾ ਤੂੰ ਸਫਲ ਉਦਾਤਾ। ਇਹ ਪਰਮੇਸ਼ਰ 84 ਲੱਖ ਜੂਨਾਂ ਦੇ ਸਾਰੇ ਜੀਵ ਤੇਰੇ ਦਰ ਦੇ ਭਿਖਾਰੀ ਹਨ। ਤੂੰ ਸਹਿਜ ਫੁੱਲਾਂ ਦੇ ਦਾਤਾ ਹੈ, ਜਾਂ ਤੂੰ ਗਿਆਨ ਰੂਪੀ ਸਹਿਜ ਫਲ ਦੇ ਹੋਣ ਕਰਕੇ ਬ੍ਰਹਮ ਦੇ ਆਦੀਆਂ ਦਾਤਾ ਦੇਣ ਵਾਲਾ ਹੈ। ਸਿਰ ਸਰ ਦੇਵਨਹਾਰੋ। ਅਤੇ ਹਰੇਕ ਜੀਵ ਨੂੰ ਪ੍ਰਲਬਧ ਅਨੁਸਾਰ ਰੋਜੀ ਦੇਣ ਵਾਲਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਜਾਂ ਸਿਰ ਬਸਿਰ ਜਾਂ ਸਿਰਜ ਸਿਰਜ ਕੇ ਜੀਵਨ ਨੂੰ ਰੋਜੀ ਦੇਣ ਵਾਲਾ ਹੈ। ਤੂੰ ਜਾਨ ਗਿਆਨੀ ਅੰਤਰ ਜਾਮੀ। ਇਹ ਗਿਆਨ ਸਰੂਪ ਪਰਮੇਸ਼ਰ, ਤੂੰ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲਾ ਹੈ ਅਤੇ ਅੰਤਰਜਾਮੀ ਅੰਦਰ ਦਾ ਪ੍ਰੇਰਕ ਹੈ। ਆਪੇ ਕਾਰਨ ਕੀਨਾ। ਤੂੰ ਆਪ ਹੀ ਸਾਰੇ ਪ੍ਰਪੰਚ ਨੂੰ ਰਚਨਾ ਕੀਤਾ ਹੈ। ਇਸੇ ਪ੍ਰਕਾਰ ਤੂੰ ਜਾਨ ਗਿਆਨੀ ਅੰਤਰ ਜਾਮੀ। ਇਹ ਸ਼ਾਸਤਰਾਂ ਦੇ ਗਿਆਨੀ, ਤੂੰ ਸ਼ਾਸਤਰ ਪੜ੍ਹ ਕੇ ਕਮਾਈ ਤੋਂ ਬਗੈਰ ਐਵੇਂ ਹੀ ਫੋਕੀਆਂ ਗੱਲਾਂ ਕਥਨ ਕਰੀ ਜਾਂਦਾ ਹੈ। ਉਸ ਅੰਤਰਜਾਮੀ ਨੂੰ ਵੀ ਜਾਣਨਾ ਕਰ। ਇਸੇ ਪ੍ਰਕਾਰ ਤੂੰ ਜਾਨ ਗਿਆਨੀ ਅੰਤਰ ਜਾਮੀ। ਸਤਿਗੁਰਾਂ ਦੁਆਰਾ ਤੂੰ ਗਿਆਨ ਸਰੂਪ ਪਰਮੇਸ਼ਰ ਨੂੰ ਜਾਣ, ਜੋ ਅੰਤਰਜਾਮੀ ਅੰਦਰ ਦਾ ਪ੍ਰੇਰਕ ਹੈ। ਆਪੇ ਕਾਰਨ ਕੀਨਾ। ਅਤੇ ਉਸ ਨੇ ਆਪ ਹੀ ਗੁਰੂ ਸਰੂਪ ਧਾਰ ਕੇ ਸਿੱਖਾਂ ਨੂੰ ਉਪਦੇਸ਼ ਦੇ ਕੇ ਆਪਣੇ ਸਰੂਪ ਦੀ ਪ੍ਰਾਪਤੀ ਦਾ ਇਹ ਕਾਰਜ ਕੀਤਾ ਹੈ। ਜਾਂ ਆਤਮਾ ਦੇ ਸਰੂਪ ਦੀ ਸਖਿਆਤਾ ਦਾ ਕਾਰਜ ਆਪ ਹੀ ਕੀਤਾ ਹੈ। ਸੁਨ ਹੋ ਸਖੇ ਮਨ ਮੋਹਨ ਮੋਹਿਆ। ਇਹ ਸੰਦਰੂਪ ਸਖੀਓ, ਮੇਰਾ ਹਾਲ ਸੁਣੋ। ਜਦ ਪਰਮੇਸ਼ਰ ਨੇ ਆਪ ਮੇਰਾ ਮਨ ਆਪਣੇ ਪ੍ਰੇਮ ਦੇ ਵਿੱਚ ਮੋਹਿਤ ਕਰ ਲਿਆ, ਤਨ ਮਨ ਅੰਮ੍ਰਿਤ ਭਿੰਨਾ। ਤਾਂ ਮੇਰਾ ਮਨ ਅਤੇ ਤਨ ਅੰਮ੍ਰਿਤ ਨਾਮ ਕਰਕੇ ਬ੍ਰਹਮਾਨੰਦ ਰੂਪੀ ਰਸ ਦੇ ਵਿੱਚ ਭੀਨਾ ਭਿੱਜ ਗਿਆ। ਇਸ ਕਰਕੇ
ਉਸ ਪਰਮੇਸ਼ਰ ਅੱਗੇ ਇੰਜ ਬੇਨਤੀ ਕਰੋ ਕਿ ਆਤਮ ਰਾਮ ਸੰਸਾਰਾ। ਇਹ ਰਾਮ ਪਰਮੇਸ਼ਰ ਤੇਰਾ ਆਤਮ ਆਪਣਾ ਆਪ ਹੀ ਇਹ ਸੰਸਾਰ ਦਾ ਖੇਲ ਰਚਨਾ ਕੀਤਾ ਹੈ। ਸਾਚਾ ਖੇਲ ਤੁਮਹਾਰਾ। ਇਸ ਕਰਕੇ ਹੀ ਤੁਹਾਡਾ ਖੇਲ ਸੱਚਾ ਹੈ। ਇਹ ਵਾਹਿਗੁਰੂ ਜੀ ਇਸੇ ਪ੍ਰਕਾਰ ਆਤਮ ਰਾਮ ਸੰਸਾਰਾ। ਗਿਆਨਵਾਨਾਂ ਨੂੰ ਪਰਮੇਸ਼ਰ ਦੀ ਚੇਤਨ ਸੱਤਾ ਕਰਕੇ ਸੰਸਾਰ ਆਪਣੀ ਆਤਮਾ ਦਾ ਰੂਪ ਹੀ ਦਿਖਦਾ ਹੈ। ਸਾਚਾ ਖੇਲ ਤੁਮਾਰਾ। ਜਾਂ ਹੇ ਰਾਮ ਪਰਮੇਸ਼ਰ ਤੇਰਾ ਆਤਮਾ ਆਪਣਾ ਰੂਪ ਹੀ ਸਾਰਾ ਸੰਸਾਰ ਹੈ। ਜਾਂ ਆਤਮਾ ਹੀ ਚੇਤਨ ਸਰੂਪ ਹੈ ਅਤੇ ਚੇਤਨ ਹੀ ਆਤਮਾ ਸਰੂਪ ਹੈ। ਤੁਹਾਡਾ ਖੇਲ ਵੀ ਸੱਚਾ ਹੈ। ਜਾਂ ਹੇ ਸੱਚੇ ਇਹ ਸਾਰਾ ਸੰਸਾਰ ਤੁਹਾਡਾ ਖੇਲ ਹੈ ਅਤੇ ਇਸ ਵਿੱਚ ਪ੍ਰਕਾਸ਼ ਦਾ ਰੂਪ ਤੂੰ ਆਪ ਹੀ ਹੈ। ਸੱਚ ਖੇਲ ਤੁਮਾਰਾ ਅਗਮ ਅਪਾਰਾ। ਇਹ ਅਸ਼ੁੱਧ ਮਨ ਕਰਕੇ ਗਮਤਾ ਤੋਂ ਰਹਿਤ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਤੂੰ ਸੱਚਾ ਹੈ ਤੇ ਸਾਰਾ ਸੰਸਾਰ ਤੇਰਾ ਹੀ ਖੇਲ ਹੈ। ਜਾਂ ਸੰਸਾਰ ਤੁਹਾਡਾ ਸੱਚਾ ਖੇਲ ਹੈ। ਤੁਧ ਬਿਨਾ ਕੌਣ ਬੁਝਾਏ। ਤੁਹਾਥੋਂ ਬਿਨਾ ਇਹ ਖੇਲ ਨੂੰ ਕੌਣ ਸਮਝਾਏ। ਭਾਵ ਆਪ ਹੀ ਆਪਣੇ ਸਰੂਪ ਨੂੰ ਸਮਝਾਉਣ ਵਾਲੇ ਹੋ ਜੀ। ਸਿੱਧਾ ਸਾਧਕਾ ਸਿਆਣੇ ਕੀਤੇ। ਰਿੱਧੀਆਂ ਸਿੱਧੀਆਂ ਵਾਲੇ ਸਿੱਧ ਲੋਕ ਸਾਧਨਾ ਕਰਨ ਵਾਲੇ ਸਾਧਕ ਜਗਿਆਸੂ ਪੁਰਖ ਅਤੇ ਕਿਤਨੇ ਹੀ ਆਪਣੇ ਆਪ ਨੂੰ ਸ਼ਾਸਤਰਾਂ ਦੇ ਗਿਆਤੇ ਕਹਾਉਣ ਵਾਲੇ ਹਨ। ਤੁਝ ਬਿਨ ਕਵਨ ਕਹਾਏ। ਪਰੰਤੂ ਤੇਥੋਂ ਬਿਨਾ ਇਸ ਖੇਲ ਨੂੰ ਕੌਣ ਕਹਾ ਸਕਦਾ ਹੈ। ਕਾਲ ਬੇਕਾਲ ਭਏ ਦੀਵਾਨੇ। ਸੋ ਉਹਨਾਂ ਦੇ ਮੌਤ ਤੇ ਜਨਮ ਦੇ ਦੋਵੇਂ ਸਮੇਂ ਝੱਲੇ ਹੋ ਗਏ ਹਨ। ਭਾਵ ਜਮਣਾ ਦੇ ਮਰਨਾ ਉਹਨਾਂ ਦਾ ਨਿਵਰਤ ਹੋ ਗਿਆ ਹੈ। ਮਨ ਰੱਖਿਆ ਗੁਰ ਠਾਏ। ਜਿਨ੍ਹਾਂ ਪੁਰਖਾਂ ਦਾ ਮਨ ਚਿੱਤ ਪੂਰੇ ਗੁਰਾਂ ਨੇ ਤੇਰੇ ਨਾਮ ਸਰੂਪ ਦੇ ਵਿੱਚ ਟਿਕਾ ਕੇ ਰੱਖਿਆ, ਉਹਨਾਂ ਦੇ ਕਾਲ ਮੌਤ ਅਤੇ ਵਿਕਾਲ ਜਨਮ ਦੇ ਦੋਵੇਂ ਸਮੇਂ ਦੇ ਵਾਨੇ ਚੱਲੇ ਹੋ ਗਏ। ਭਾਵ ਜਮਣਾ ਦੇ ਮਰਨਾ ਨਿਵਰਤ ਹੋ ਗਿਆ ਹੈ। ਨਾਨਕ ਅਵਗਣ ਸ਼ਬਦ ਜਲਾਏ। ਸਤਿਗੁਰੂ ਜੀ ਮਹਾਰਾਜ ਕਥਨ ਕਰਦੇ ਨੇ, ਕਿਉਂਕਿ ਉਹਨਾਂ ਨੇ ਕਾਮ ਕ੍ਰੋਧ ਆਦਿ ਅਵਗੁਣਾਂ ਨੂੰ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸਾੜ ਸੁੱਟਿਆ ਹੈ। ਗੁਣ ਸੰਗਮ ਪ੍ਰਭ ਪਾਏ। ਅਤੇ ਸਤ ਸੰਦੋਖ ਜਾਂ ਸ਼ਰਵਣ ਮੰਨਣ ਅਧਿਆਸਨ ਆਦਿ ਗੁਣਾਂ ਦੀ ਸੰਗਮ ਇਕੱਤਰਤਾ ਕਰਕੇ ਪਰਮੇਸ਼ਰ ਦੇ ਸਰੂਪ ਨੂੰ ਸਖਿਆਤਾ ਕਰਕੇ ਉਹਨਾਂ ਨੇ ਪਾ ਲਿਆ ਹੈ। ਇੱਥੇ 4 ਅੰਕ ਛੰਦ ਦੀ 4 ਬੰਦਾਂ ਦਾ ਜਨਾਇਕ ਹੈ। 1 ਅੰਕ ਦੂਸਰੇ ਸੁਰ ਤਾਲ ਦਾ ਪਹਿਲਾ ਛੰਦ ਤੇ 2 ਅੰਕ ਕੁੱਲ ਜੋੜ 2 ਹੈ। ਇੰਜ 2 ਸ਼ਬਦ ਇੱਥੇ ਪਹਿਲੇ ਪਾਤਸ਼ਾਹ ਜੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦੂਜੇ ਸੁਰ ਤਾਲ ਦੇ ਸੰਪੂਰਨ ਹੋਏ ਹਨ। ਰਾਗ ਸੂਹੀ ਮਹੱਲਾ ਪਹਿਲਾ। ਸੂਹੀ ਰਾਗਣੀ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਘਰ ਤੀਜਾ। ਤੀਜੇ ਸੁਰ ਤਾਲ ਦੇ ਅੰਦਰ ਜਗਿਆਸੂ ਅਵਸਥਾ ਦੇ ਵਿੱਚ
ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਇੱਕੋ ਓੰਕਾਰ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਵਹੁ ਸੱਜਣਾ ਇਹ ਸੱਜਣ ਸਤਿਗੁਰੂ ਜੀ ਆਵੋ ਕਿਰਪਾ ਕਰਕੇ ਮੈਨੂੰ ਦਰਸ਼ਨ ਦੇਣਾ ਕਰੋ। ਹਉ ਦੇਖਾਂ ਦਰਸ਼ਨ ਤੇਰਾ ਰਾਮ ਕਿਉਂਕਿ ਇਹ ਰਾਮ ਪਿਆਰੇ ਮੈਂ ਤੇਰਾ ਦਰਸ਼ਨ ਦੀਦਾਰ ਵੇਖਣਾ ਚਾਹੁੰਦਾ ਹਾਂ। ਇਸੇ ਪ੍ਰਕਾਰ ਆਵਹੁ ਸੱਜਣਾ ਇਹ ਸੱਜਣ ਬ੍ਰਹਮ ਚੇਤਨ ਮੇਰੇ ਹਿਰਦੇ ਵਿੱਚ ਆ ਕੇ ਸਾਖਿਆਤ ਹੋਵੋ। ਹਉ ਦੇਖਾਂ ਦਰਸ਼ਨ ਤੇਰਾ ਰਾਮ ਤਾਂ ਜੋ ਮੈਂ ਤੇਰਾ ਦਰਸ਼ਨ ਦੀਦਾਰ ਇਹ ਵੇਖਣਾ ਕਰਾਂ। ਦਰਸ਼ਨ 82 ਦਿਨ ਸਰਾਤ ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ। ਜਿਵੇਂ ਬੇਬੇ ਨਾਨਕੀ ਜੀ ਬੇਨਤੀ ਕਰਦੇ ਸਨ ਤਵੇ ਤੇ ਪ੍ਰਸ਼ਾਦਾ ਪਾ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ ਤੇ ਸੱਚੇ ਪਾਤਸ਼ਾਹ ਜੀ ਨੇ ਦਰਵਾਜ਼ਾ ਖੜਕਾ ਦਿੱਤਾ ਤੇ ਪਿਆਰ ਦੇ ਨਾਲ ਪ੍ਰਸ਼ਾਦਾ ਛਕਾਇਆ। ਬੇਬੇ ਨਾਨਕੀ ਜੀ ਨੇ ਭਾਈ ਮਰਦਾਨੇ ਜੀ ਨੂੰ ਪੁੱਛਿਆ ਕਿ ਤੁਸੀਂ ਇੱਥੇ ਲਾਗੇ ਬੰਨੇ ਹੀ ਹੋਵੋਗੇ? ਕਹਿੰਦੇ ਨਹੀਂ, ਆਪਾਂ ਬਹੁਤ ਹਜ਼ਾਰਾਂ ਮੀਲ ਦੂਰ ਸੀਗੇ। ਪਰ ਇੱਕਦਮ ਸਤਿਗੁਰੂ ਜੀ ਕਹਿਣ ਲੱਗੇ ਕਿ ਚੱਲ ਮਰਦਾਨਿਆ, ਆਪਾਂ ਨੂੰ ਬੇਬੇ ਜੀ ਨੇ ਯਾਦ ਕੀਤਾ ਹੈ, ਅਸੀਂ ਬੜੀ ਦੂਰ ਤੋਂ ਪ੍ਰਸ਼ਾਦਾ ਛਕਣ ਆਏ ਹਾਂ। ਸੋ ਐਸਾ ਦਰਸ਼ਨਾਂ ਦਾ ਪ੍ਰੇਮ ਮਾਤਾ ਭਾਗ ਭਰੀ ਜਿਹੜੀ ਕਸ਼ਮੀਰ ਦੀ ਰਹਿਣ ਵਾਲੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਕੀਤਾ। ਕਿੱਥੇ ਅੰਮ੍ਰਿਤਸਰ, ਕਿੱਥੇ ਕਸ਼ਮੀਰ। ਸਤਿਗੁਰੂ ਜੀ ਉਹਦੀ ਸ਼ਰਧਾ ਪੂਰੀ ਕਰਨ ਵਾਸਤੇ ਉਹਦੇ ਘਰ ਗਏ। ਜੋ ਉਹਨੇ ਰੀਝਾ ਬਣਾਇਆ ਹੋਇਆ ਸੀ ਖੱਦਰ ਦਾ ਬਸਤਰ, ਉਹ ਦਰਜੀ ਬੁਲਾ ਕੇ ਸਤਿਗੁਰੂ ਜੀ ਦੇ ਮੇਚਾ ਦਵਾ ਕੇ ਮਹਾਰਾਜ ਦਾ ਚੋਲਾ ਸਾਹਿਬ ਸਲਾ ਕੇ ਗੁਰੂ ਸਾਹਿਬ ਦੇ ਗਲ ਪਹਿਨਾਇਆ ਅਤੇ ਬੇਨਤੀ ਕੀਤੀ, ਮਹਾਰਾਜ ਹੁਣ ਮੇਰਾ ਮਨ ਪ੍ਰਸੰਨ ਹੋਇਆ ਹੈ। ਪਾਤਸ਼ਾਹ ਕਹਿਣ ਲੱਗੇ, ਮਾਤਾ ਦੱਸ ਕੀ ਚਾਹੁੰਦੀ ਹੈ? ਕਹਿੰਦੀ ਜੀ ਬਸ ਮੇਰੀ ਉਮਰ ਪੂਰੀ ਹੋ ਚੁੱਕੀ ਹੈ। ਮੈਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕਈ ਲੈਣ ਆਏ, ਪਰ ਮੈਂ ਸਾਰਿਆਂ ਨੂੰ ਜਵਾਬ ਦੇ ਦਿੱਤਾ ਕਿ ਮੈਂ ਅਜੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ। ਹੁਣ ਮਹਾਰਾਜ ਮੇਰੀ ਇੱਛਾ ਪੂਰੀ ਹੋ ਗਈ ਹੈ, ਮੈਂ ਆਪ ਦੇ ਦਰਸ਼ਨ ਪਾ ਲਏ ਨੇ, ਆਪ ਜੀ ਨੂੰ ਚੋਲਾ ਭੇਟਾ ਕਰ ਦਿੱਤਾ। ਹੁਣ ਆਪ ਮੈਨੂੰ ਆਗਿਆ ਦੇਵੋ ਤੇ ਆਪ ਦੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਤੇ ਮੇਰੀ ਇੱਕੋ ਹੀ ਬੇਨਤੀ ਹੈ ਕਿ ਆਪ ਜੀ ਮੇਰਾ ਸੰਸਕਾਰ ਆਪਣੇ ਹੱਥੀਂ ਕਰਨਾ ਜੀ। ਮਾਂ ਨੇ ਆਖਿਆ, ਸਤ ਵਚਨ ਮਾਤਾ। ਇੰਝ ਮਾਤਾ ਭਾਗ ਭਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਕਰਦਿਆਂ ਸਰੀਰ ਤਿਆਗ ਗਈ। ਸਤਿਗੁਰੂ ਜੀ ਨੇ ਆਪ ਖੁਦ ਆਪਣੇ ਹੱਥੀਂ ਮਾਤਾ ਦਾ ਅੰਗੀਠਾ ਸਵਾਰਿਆ। ਉਹਦੀ ਸਾਰੀ ਕਿਰਿਆ, ਸਾਰੇ ਕਿਰਿਆ ਕਰਮ ਆਦਿ ਕੀਤਾ। ਇਸੇ ਤਰ੍ਹਾਂ ਬਤਾਲੀ ਨਗਰ ਦਾ ਰਹਿਣ ਵਾਲਾ ਭਾਈ ਪੱਲਾ
ਜਿਹੜਾ ਕਿ ਆਪ ਦੇ ਪੱਲੇ ਨਾਲ ਗੁੜ ਦੀ ਰੋੜੀ ਬੰਨ੍ਹ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਕਰਿਆ ਕਰਦਾ ਸੀ। ਲੋਕ ਮਖੌਲ ਕਰਦੇ ਕਿ ਕਮਲਾ ਹੋ ਗਿਆ ਹੈ, ਪਰ ਉਹਦੀ ਭਾਵਨਾ ਸੀ ਕਿ ਜਦ ਮਹਾਰਾਜ ਮੈਨੂੰ ਪੈਲੀਆਂ ਦੇ ਵਿੱਚ ਹੀ ਦਰਸ਼ਨ ਦੇਣਗੇ ਤਾਂ ਮੈਂ ਭੇਟਾ ਲੈਣ ਘਰ ਥੋੜ੍ਹੀ ਭੱਜਾਂ ਆਵਾਂਗਾ। ਉਹਨੇ ਗੁੜ ਦੀ ਰੋੜੀ ਪੱਲੇ ਨਾਲ ਹੀ ਬੰਨੀ ਹੋਈ ਸੀ ਕਿ ਮੈਂ ਗੁੜ ਦੀ ਰੋੜੀ ਗੁਰੂ ਸਾਹਿਬ ਨੂੰ ਭੇਟਾ ਰੱਖ ਕੇ ਮੱਥਾ ਟੇਕਾਂਗਾ। ਗੁਰੂ ਸਾਹਿਬ ਨੂੰ ਕੀ ਪਤਾ ਜਲਦੀ ਹੋਵੇ, ਉਹਦਾ ਨਾਮ ਹੀ ਪੱਲਾ ਪੈ ਗਿਆ। ਜਦ ਸ੍ਰੀ ਹਰਗੋਬਿੰਦਪੁਰ ਦਾ ਜੰਗ ਸਮਾਪਤ ਕਰਕੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਹਰਗੋਬਿੰਦਪੁਰ ਤੋਂ ਕਰਤਾਰਪੁਰ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਬਤਾਲੇ ਨਗਰ ਥਾਣੀ ਲੰਘੇ ਤੇ ਭਾਈ ਪੱਲਾ ਪੈਲੀਆਂ ਵਿੱਚ ਕੰਮ ਕਰ ਰਿਹਾ ਸੀ। ਆਵਾਜ਼ ਮਾਰੀਏ, ਕਹਿੰਦੇ ਭਾਈ ਆਪਾਂ ਆ ਗਏ ਹਾਂ। ਇੱਕਦਮ ਵੇਖੀ ਗਿਆ ਪੁੱਛਿਆ ਕਿ ਕੌਣ ਨੇ। ਸਿੱਖ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਬੜਾ ਉਹਦਾ ਮਨ ਪ੍ਰਸੰਨ ਹੋਇਆ। ਆਪਦੇ ਪੱਲੇ ਨਾਲੋਂ ਗੁੜ ਦੀ ਰੋੜੀ ਖੋਲ੍ਹ ਕੇ ਸਤਿਗੁਰੂ ਜੀ ਮਹਾਰਾਜ ਜੀ ਨੂੰ ਭੇਟਾ ਰੱਖੀਏ। ਆਖਿਆ ਲਓ ਮਹਾਰਾਜ ਆਪ ਦੀ ਭੇਟਾ, ਕਿਰਪਾ ਕਰਕੇ ਮੈਨੂੰ ਨਿਹਾਲ ਕਰੋ। ਸਤਿਗੁਰੂ ਜੀ ਇੰਨੇ ਪ੍ਰਸੰਨ ਹੋਏ। ਉਹਦੀ ਮਾਂ ਨੇ ਗੁਰੂ ਸਾਹਿਬ ਦੇ ਗੁਣ ਸੁਣਾ ਕੇ ਸ਼ਰਧਾਲੂ ਬਣਾਇਆ ਸੀ। ਕਹਿਣ ਲੱਗਾ ਜੀ ਮੇਰੀ ਮਾਂ ਵੀ ਤੁਹਾਨੂੰ ਯਾਦ ਕਰਦੀ ਹੈ। ਪਾਤਸ਼ਾਹ ਕਹਿੰਦੇ ਚੱਲੋ। ਕਿੱਥੇ ਆ ਘਰ ਤੁਹਾਡਾ? ਘਰ ਆਮ ਗਰੀਬੀ ਵਾੜਾ ਸੀ। ਸੋ ਇੱਕ ਦਿਨ ਦੇ ਪੱਕਣ ਜੋਗੀ ਰਸਤ ਮਸਾਂ ਹੀ ਘਰ ਦੇ ਵਿੱਚ ਹੁੰਦੇ, ਦੂਜੇ ਡੰਗ ਦਾ ਫਿਕਰ ਹੁੰਦਾ ਸੀ। ਜਦ ਮਹਾਰਾਜ ਨੇ ਚਰਨ ਪਾਏ ਘੋੜੇ ਸਮੇਤ ਤੇ ਲੋਕ ਕੋਠਿਆਂ ਦੇ ਖੜੋ ਕੇ ਵੇਖਣ, ਆਪਦੇ ਦਰਵਾਜ਼ਿਆਂ ਵਿੱਚ ਖੜੇ ਹੋ ਕੇ ਵੇਖਣ ਕਿ ਗੁਰੂ ਮਹਾਰਾਜ ਇੰਨੀਆਂ ਫੌਜਾਂ ਨਾਲ ਨੇ। ਭਾਈ ਪੱਲੇ ਕੋਲ ਤਾਂ ਆਪਦਾ ਕੋਈ ਰੋਟੀ ਦਾ ਜੁਗਾੜ ਨਹੀਂ, ਇਹ ਗੁਰੂ ਸਾਹਿਬ ਦੀ ਸੇਵਾ ਕਿਵੇਂ ਕਰੇਗਾ? ਸਤਿਗੁਰੂ ਜੀ ਨੇ ਭਾਈ ਪੱਲੇ ਦੀ ਮਾਤਾ ਨੂੰ ਦਰਸ਼ਨ ਬਖਸ਼ ਕੇ ਨਿਹਾਲ ਕੀਤਾ ਤੇ ਮਰ ਕਹਿੰਦੇ ਲਿਆਓ ਭਾਈ ਰਸਤ ਪਾਣੀ, ਲੰਗਰ ਚਲਾਈਏ। ਜੋ ਵੀ ਪਾਈਆ ਅੱਧ ਪਾਈਆ ਸਮਾਨ ਸੀਗਾ ਉਹ ਲਿਆ ਕੇ ਮਹਾਰਾਜ ਦੇ ਚਰਨਾਂ 'ਚ ਰੱਖਿਆ। ਕੁਦਰਤੀ ਕੋਈ ਵਪਾਰੀ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਕਰਦਾ ਜਦ ਉਹਨੂੰ ਪਤਾ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੰਗ ਸੰਪੂਰਨ ਕਰਕੇ ਇੱਧਰ ਨੂੰ ਚੱਲੇ ਨੇ, ਸਠਿਆਲਾ ਬਤਾਲਾ, ਉਧਰ ਨੂੰ ਤੁਰਿਆ ਤੇ ਜਿੱਥੇ ਭਾਈ ਪੱਲੇ ਦੇ ਘਰ ਗੁਰੂ ਸਾਹਿਬ ਜੀ ਬਿਰਾਜੇ, ਇੱਥੇ ਆ ਕੇ ਉਹ ਸ਼ਾਹੂਕਾਰ ਨੇ ਮਹਾਰਾਜ ਸਾਹਿਬ ਦੇ ਦਰਸ਼ਨ ਪਾਏ ਤੇ ਜੋ ਵੀ ਆਪ ਦੀ ਦਸਵੰਧ ਦੀ ਮਾਇਆ ਸੀ, ਜੋ ਆਨੰਦਾਨਾ ਉਹਨੇ ਭੇਟਾ ਲਿਆਂਦਾ ਸੀ, ਉਹ ਸਾਰਾ ਹੀ ਮਹਾਰਾਜ ਦੇ ਚਰਨਾਂ 'ਚ ਉੱਥੇ ਭੇਟਾ ਰੱਖ ਕੇ ਮੱਥਾ ਟੇਕਿਆ। ਕਿੰਨਾ ਹੀ ਰਸਤ ਪਾਣੀ ਜਮ੍ਹਾਂ ਹੋ ਗਿਆ, ਭੱਟੀਆਂ ਚੜ੍ਹ ਗਈਆਂ, ਇਉਂ ਖੁੱਲ੍ਹਾ ਲੰਗਰ ਪਾਣੀ ਵਰਤਾਇਆ। ਜਿਹੜੇ ਲੋਕ ਮਖੌਲ ਕਰਦੇ ਸਨ ਤੇ ਕੋਠੇ 'ਤੇ ਚੜ੍ਹ ਕੇ ਦੇਖਦੇ ਸਨ ਕਿ ਭਾਈ ਪੱਲੇ ਦੀ ਬੇਇੱਜ਼ਤੀ ਹੋਵੇਗੀ,
महाराज ने आख्या भाई पलिया आंढ गुआढ़ शरीका बरादरी नगर निवासियों नूं जा बुला के लैके आ, आपां पहलां उन्हां नूं लंगर छकाउणा है। इहो पिंड वालियां नूं लंगर छका के बेशर्म कीता। वो वेख के हैरान, एक रंग आए दूजा जाए, मुड़को मुड़की हो गए कि इन्ना लंगर कितों तैयार हो गया, इहदे घर तां कुछ भी नहीं सीगा। महाराज साहब सच्चे पातशाह के चरण पैण दे नाल ही रिधियां सिधियां आण के हाजिर होईयां। इउं महाराज ने सारे नगर नूं लंगर छकाया। फिर आप दियां फौजां नूं इउं खुला लंगर पानी सब कुछ वरताया। ऐसे महाराज के दर्शनों की बरकत है। जिहड़ा दर्शन पा लवे, दर्शन डिठे लहन मजोगा जीओ, वो खाली नहीं रहिंदा। सो उहदियां झोलियां भर जांदियां ने। सच्चे पातशाह जी फरमाउंदे हन, आवो सज्जणा, ये सज्जन सतगुरु जी आवो ते कृपा करो। हाँ देखा दर्शन तेरा राम, मैनू अपना दर्शन देना करो, क्योंकि हे प्यारे हाँ मैं तेरा दर्शन दीदार वेखना चाहुंदा हाँ। इसे प्रकार आवो सज्जणा, ये सज्जन ब्रह्म चेतन मेरे हृदय विच आके साक्षात होवो। हाँ देखा दर्शन तेरा राम, तां जो मैं तेरा दर्शन दीदार देखना करा। दर्शना तो बगैर जो एक घड़ी न मिलते ता कलयुग होता। हुण कद मिली है प्रिय तुत भगवंत, मोहे रहन न में हावै नींद न आवे। बिन देखे गुर दरबारे जियो, हऊँ कोली जियो कोल घुमाई ते सच्चे गुर दरबारे जियो। सच्चे पातशाह जियो एक घड़ी जे आप दे दर्शन नहीं हुंदे तां मैं समझदा कि कलयुग ने आके घेरा पा लिया है। आप दे दर्शनां दे विच सतयुग है। सो आप कृपा करो, आप दे गुरुद्वारे बिठाई रखो। एक दर्शन का प्रतख जो आप कर रहे हैं, एक हिरदे दे दर्शन जिहड़े सुरती दे द्वारा हुंदे ने। सो प्रतख दर्शन ते सरवण दर्शन या सुरती दर्शन ते इंज चित्र दर्शन। सो महाराज सुपने दर्शन आप कृपा करो। जो कण कण दे विच आप दी जोत देखनी है, सो ऐसे दर्शन बख्शो। घट घट में हर जू बसै संतन कयो पुकार। सो जो घटा घटां दे विच आप दी जोत दा वास है, ऐसे दर्शन बख्शना करो। घर आपनड़ खड़ी तका, मैं अपने प्रतख अंत करन या सत्संगत रूपी घर दे विच खड़ी भाव समाहत चित हो के तेरा रस्ता वेख रही हाँ, तक रही हाँ। मैं मन चाओ कनेरा राम, हे राम परमेश्वर मेरे मन चित विच तेरी प्राप्ति या तेरे दर्शनों का बहुता चाओ उत्साह है। जिहदे मन दे विच उत्साह होवेगा दर्शन उन्हों हो ही जाणगे।
ਜਿਹਦੇ ਮਨ ਦੇ ਵਿੱਚ ਉਤਸ਼ਾਹ ਹੀ ਨਹੀਂ ਹੈ, ਇੱਛਾ ਹੀ ਨਹੀਂ ਹੈ, ਤੇ ਦਰਸ਼ਨਾਂ ਦੀ ਆਸਾ ਕੀ ਕੀਤੀ ਜਾ ਸਕਦੀ ਹੈ। ਇਸ ਲਈ ਕਮ ਸੇ ਕਮ ਇੱਛਾ ਤਾਂ ਹੋਣੀ ਚਾਹੀਦੀ ਹੈ। ਸੁਖਮਨੀ ਸਾਹਿਬ ਦੇ ਵਿੱਚ ਪਾਤਸ਼ਾਹ ਨੇ ਫਰਮਾਇਆ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਕਿ ਜਿਸ ਪੁਰਸ਼ ਨੂੰ ਇਹ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਪਿਆਸ ਲੱਗੂਗੀ ਤੇ ਤਾਂ ਹੀ ਆਪਾਂ ਪਾਣੀ ਕੋਲ ਜਾਵਾਂਗੇ ਤੇ ਤਾਂ ਹੀ ਪਾਣੀ ਪੀਵਾਂਗੇ। ਜੇ ਪਿਆਸ ਹੀ ਨਹੀਂ ਲੱਗੀ, ਪਾਣੀ ਲੱਭਾਂਗੇ ਕਿਵੇਂ, ਫਿਰ ਪੀਵਾਂਗੇ ਕਿਵੇਂ। ਇਹ ਪਹਿਲਾਂ ਪਿਆਸ ਲੱਗਣੀ ਚਾਹੀਦੀ ਹੈ, ਇੱਛਾ ਲੱਗਣੀ ਚਾਹੀਦੀ ਹੈ। ਜਿਸ ਪੁਰਸ਼ ਦੇ ਮਨ ਦੇ ਵਿੱਚ ਇਹ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਪਿਆਸਾ ਹੈ, ਇੱਛਾ ਹੈ, ਸਾਹਿਬ ਕਹਿੰਦੇ ਅਸੀਂ ਉਹਦੇ ਤੋਂ ਬਲਿਹਾਰ ਅਤੇ ਕੁਰਬਾਨ ਜਾਂਦੇ ਹਾਂ। ਬਿਰਹ ਬਿਰਹ ਆਖੀਐ, ਬਿਰਹ ਤੋ ਸੁਲਤਾਨ ਫਰੀਦਾ, ਜਿਤ ਤਨ ਬਿਰੋ ਨਾ ਉਪਜੈ, ਸੋ ਜਨ ਸੋ ਤਨ ਜਾਣ ਮਸਾਨ। ਧੰਨ ਬਾਬਾ ਫਰੀਦ ਸਾਹਿਬ ਦੀ ਅਵਸਥਾ ਵੇਖੋ। ਮਾਤਾ ਨੇ ਛੋਟੀ ਉਮਰ ਤੋਂ ਸ਼ੱਕਰ ਦੀ ਪੁੜੀ ਮਸੱਲੇ ਹੇਠ ਰੱਖ ਕੇ ਪਰਮਾਤਮਾ ਦੇ ਨਮਾਜ਼ੀ ਬਣਾਇਆ ਤੇ ਲਗਾਤਾਰ 1 ਸਾਲ ਨਹੀਂ, 2 ਸਾਲ ਨਹੀਂ, 48 ਸਾਲ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ ਤੇ ਨਾਮ ਜਪਦੇ ਰਹੇ। ਵੇਖੋ ਬਿਲਕੁਲ ਬਚਪਨ ਦੀ ਅਵਸਥਾ, ਜਦੋਂ ਬੱਚੇ ਨੂੰ ਪਤਾ ਵੀ ਨਹੀਂ ਹੁੰਦਾ, ਤੇ ਉਸ ਅਵਸਥਾ ਦੇ ਵਿੱਚ ਸ਼ੱਕਰ ਦੀ ਪੁੜੀ ਦਾ ਲਾਲਚ ਦਿੱਤਾ ਤੇ ਤਪ ਕਰਦਿਆਂ ਕਰਦਿਆਂ ਬੁੱਢਾ ਹੋਇਆ। ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ ਸੋ ਵਰਿਆ ਜੀਵਨਾ ਪੀ ਤਨ ਹੋਸੀ ਖੇ। ਬਜ਼ੁਰਗ ਅਵਸਥਾ ਆ ਗਈ। ਜਿਹੜਾ ਪਾਕਪਟਨ ਸ਼ਹਿਰ ਦੇ ਬਾਰ-ਬਾਰ ਖੂਹ ਹੈ, ਉਸ ਖੂਹ ਦੇ ਉੱਪਰ ਤਪ ਕਰਦਿਆਂ ਵਰਮੀ ਜੰਮ ਗਈ ਤੇ ਅੱਖਾਂ ਕੇਵਲ ਚਮਕ ਰਹੀਆਂ ਸਨ। ਕਾਂ ਨੇ ਆ ਕੇ ਚਮਕੀਲੀ ਚੀਜ਼ ਜਾਣ ਕੇ ਅੱਖਾਂ ਦੇ ਵਿੱਚ ਠੂੰਗੇ ਮਾਰੇ। ਜਿਸ ਵਕਤ ਅੱਖਾਂ 'ਚ ਠੂੰਗੇ ਮਾਰੇ, ਵਿੱਚੋਂ ਖੂਨ ਨਿਕਲ ਆਇਆ, ਉਸ ਵਕਤ ਧੰਨ ਬਾਬਾ ਫਰੀਦ ਸਾਹਿਬ ਜੀ ਨੇ ਸ਼ਲੋਕ ਉਚਾਰਿਆ ਬੜੀ ਵਿਰਾਗ ਦਾ। ਬਾਬਾ ਜੀ ਕਹਿਣ ਲੱਗੇ, ਕਾਗਾ ਕਰੰਗ ਢਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹ, ਫਿਰ ਦੇਖਣਗੀ ਆਸ। ਹੇ ਕਾਮੋ, ਤੁਸੀਂ ਮੇਰਾ ਮਾਸ ਤਾਂ ਸਾਰਾ ਚੂੰਡ ਲਿਆ ਹੈ। ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਡਰ ਜਾਹੇ। ਜਿਤ ਪਿੰਜਰਾ ਮੇਰਾ ਸਾਹੋ ਵਸੈ, ਮਾਸ ਨਾ ਤਿਦੂ ਖਾਹੇ। ਬੜੇ ਤੁਸੀਂ ਠੂੰਗੇ ਮਾਰੇ ਨੇ ਮਾਸ ਨੂੰ, ਤੇ ਮਾਸ ਤਾਂ ਉਡਾ ਦਿੱਤਾ ਮਾਰ ਮਾਰ ਠੂੰਗੇ, ਪਰ ਕਮ ਸੇ ਕਮ ਮੇਰੀਆਂ ਅੱਖਾਂ ਦਾ ਸਾਬਤ ਰਹਿਣ ਦਿਓ। ਕਿਉਂਕਿ ਜੇ ਪਰਮਾਤਮਾ ਖੁਦਾ ਅੱਲਾਹ ਤਾਲਾ ਹੁਣੇ ਆ ਗਿਆ ਤਾਂ ਮੈਂ ਦਰਸ਼ਨ ਕਿਵੇਂ ਕਰਾਂਗਾ। ਫਿਰ ਦੇਖਣ ਕੀ ਆਸ, ਮੈਂ ਗੱਲ ਕਰ ਰਿਹਾ ਆਸ ਦੀ, ਇੱਛਾ, ਮਨ ਦੀ ਚਾਹਨਾ। ਸਾਧ ਸੰਗਤ ਜੀਓ, ਬਾਬਾ ਫਰੀਦ ਸਾਹਿਬ ਨੂੰ ਨਮਸਕਾਰ ਹੈ, ਜਿਨ੍ਹਾਂ ਦੀ ਵੇਖੋ ਸਾਰੀ ਉਮਰ ਲੰਘ ਗਈ ਤਪ ਕਰਦਿਆਂ, ਪਰ ਰੱਬ ਨਹੀਂ ਮਿਲਿਆ, ਦਰਸ਼ਨ ਨਹੀਂ ਹੋਏ, ਘਬਰਾਏ ਨਹੀਂ, ਦਿਲ ਨਹੀਂ ਛੱਡਿਆ। ਸਾਰਾ ਸਰੀਰ ਦਾ ਮਾਸ ਪੰਛੀਆਂ ਨੇ ਚੂੰਡ ਲਿਆ, ਵਰਮੀ ਜੰਮ ਗਈ।
फिर भी कहते फिर देखण की आस, साडे मन दे विच आसा है, मतलब चाहना नहीं मिटी, प्रभु के दर्शनां की आसा जरूर रखी है, क्योंकि जे आसा होवेगी तो महाराज मिलेगा जरूर। तो फिर यही बेनती की है कि देख बंदे के भाग, उथे आपदे भागां नूं कोसिया है, रब नूं माड़ा नहीं आख्या। ये नहीं गया भी परमात्मा वेखो किड्डा माड़ा है, किन्ना चिर तप करदियां हो गया अजे तक दर्शन ही नहीं दिते। देख बंदे के भाग आख्या है कि गुरमुखो बंदे दे भाग वेखो, कर्म वेखो कि इन्ना चिर हो गया तप करदियां परमात्मा दे दर्शन ही नहीं होए। महापुरख बाबा अतर सिंह जी मस्तूआणा साहब वालियां दे जीवन इतिहास दे विच लिखिया होया है। सचखंड हजूर साहब जिथे नगीना घाट है, लंगर साहब के बिल्कुल सामने गोदावरी के किनारे ते मस्तूआणा गुरुद्वारा है। कहते महापुरखा ने 1.25 लाख जपजी साहब का पाठ किया कि कलगीधर दशमेश पिता श्री गुरु गोबिंद सिंह साहब जी सानू दर्शन बख्शण। उन्होंने सवेरे 100-101 आदक रोड इकट्ठे कर लेने, जब जपजी साहब का पाठ संपूर्ण होना तो रोड गोदावरी सुट देना। यूँ डेली 100-101 आदक जपजी साहब के पाठ करने। जब 1.25 लाख पाठ संपूर्ण हो गए, अरदास की, पर कलगीधर जी महाराज जी के दर्शन ना होए। मन दे विच इन्ना वैराग आया, कहंदे मेरे इन्ने कर्म माड़े ने कि महाराज मैनू दर्शन नहीं दिंदा। जे मैं इन्ना ही माड़ा हाँ फिर मैनू जिंदगी जीवन का की अधिकार है। जे महाराज साहब मेरे ते नाराज ने, मेरे कर्म इन्ने माड़े ने, मैनू मारी जाना चाहिए। तो महापुरख वैराग दे विच आके गोदावरी च डुब के मरन लगे। साध संगत जी जब लक तक पानी जे विच गए तो आकाशबाणी हुई, कहंदे संत जी तू मरदा क्यों है? कहंदा जी आप दे दर्शन नहीं हुंदे, मेरे कर्म बड़े माड़े, मैनू जिंदगी जीवन का की अधिकार है? मैं धरती ते भार बनिया होया, मैं आपकी जीवन लीला समाप्त करनी चाहता हाँ। हमारे कहते इंजे जिद थोड़ो करी दी है, नदी च तैनूं कित्थों दर्शन होणगे? दर्शन तो गुरुद्वारे होंदे ने। हाँ कमला मरीदा थोड़ो आ, अमोलक मनुखा जन्म है, अजे तू बड़ी सेवा करनी है। कहंदा जी दर्शन बख्शो। कहंदे पानी चों तू नदी चों गुरुद्वारे आ जाई, रात के 12 बजे गुरुद्वारा नगीना घाट आ जाई। कहंदा महाराज फिर कलिया नहीं, साहिबजादियां 5 प्यारियां समेत दर्शन बख्शो। कहंदे बस तू रात उत्थे आ जाई। तो महापुरख बाबा अतर सिंह जी मस्तूआणा साहब वाले गुरुद्वारा नगीना घाट बह के तप करन लगे। तो रात के 12 बजे जो दिन का अगला चढ़ाव होया तो जरूर गुरु गोबिंद सिंह साहब कलगीधर पातशाह ने उन्होंने दर्शन बख्शे होणगे, क्योंकि जड़ियां गल्लां ने लिखत विच नहीं आउंदियां। ये तो बाद लेखक ने कुछ नहीं लिखिया। ये समझा जाता है कि बाबा अतर सिंह साहब जी नूं
महाराज साहब ने दर्शन बख्शे तो हुक्म किया कि संत जी तू मालवे की धरती ते जाके गुरबाणी का धारना का कीर्तन प्रारंभ कर। सीधे साधे लोग ने धारना के द्वारा सो जस सुना के अमृत छकाओ, सिक्खी का प्रचार करो। जो धारना वाले कीर्तन की काढ़ है बाबा अतर सिंह जी मस्तूआने वाली साहिबा ने कढ़ी है। ये जड़ी संप्रदाय है, जिहड़े गुरमुख ढोलकी चिमटे नाल कीर्तन करते हैं, ये बाबे अतर सिंह साहिब की संप्रदाय है। सो महापुरख इत्थे आए, उन्हें धारना वाला कीर्तन प्रवृत्त किया। हज़ारां ही प्राणियों नूं अमृत छका के गुरु के लड़ लाया। सो खंडे बाटे का अमृत पान कराया, बहुत गुरबाणी का प्रचार किया। ऐसी महाराज जी के दर्शनों की दात है। दात है दात रखी हाथ अपने, जिस भावै तिस देई, नानक नाम रते सुख पाया, दरगह जापै सेई। घर आपनड़ै खड़ी तका, मैं अपने प्रतख घर दे विच या प्रतख अंतःकरण या सतसंगत रूपी घर दे विच खड़ी भाव समाहित हो के, हे वाहिगुरू तेरा रस्ता वेख रही हाँ, तक रही हाँ। मैं मन चाऊ कनेरा राम, हे राम परमेश्वर मेरे मन दे विच चित्त दे विच तेरी प्राप्ति या तेरे दर्शनों का बहुता चाऊ उत्साह है। धन बाबा फरीद साहब नूं शेख शाह शरफ ने कृपा की, सरगुण के दर्शन कराए। फिर सतगुरु नानक देव महाराज जी ने दर्शन बख्शे, निर्गुण ते सरगुण दे विच भेदता बख्शे। जिन्ने 15 भगत होए ने, 15 दे 15 भगतां नूं सतगुरु जी ने दर्शन बख्शे। गुरु नानक साहब जी के दर्शन होए और वो सारे पंजवें पातशाह कोल हाजिर हो के बाणी लिखाउंदे सन। भट्ट तां प्रताखी महाराज के चरणों च आए। इउं जिन्हां जिन्हां दी बाणी है वो सारे प्रभु के दर्शनों नूं पा के ते फिर गुरबाणी उन्होंने उचारी है। जिवें भगत नामदेव जी का बचन है, कहते जब देखा तब गावा, तो जन धीरज पावा। हे महाराज जिन्ना चिर तेनों देखिया ही नहीं उन्ना चिर तेनों गावांगे कि हुण आप एक दूजे नूं मिले नहीं तो आप एक दूजे के सुभाव बारे किवें कह सकते हैं कि फलाना बंदा इस सुभाव वाला है। जब किसी नूं आपां मिलदे हाँ ਉਹਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਹੀ ਉਹਦੇ ਸੁਭਾਅ ਦੀ ਜਾਣਕਾਰੀ ਹੁੰਦੀ ਹੈ। ਸੋ ਇਸ ਵਾਸਤੇ ਇਹ ਮਹਾਰਾਜ ਜਦ ਤੈਨੂੰ ਦੇਖਿਆ ਹੀ ਨਹੀਂ ਤੈਨੂੰ ਗਾਵਾਂਗੇ ਕਿ ਤੂੰ ਸਾਨੂੰ ਦਰਸ਼ਨ ਤਾਂ ਦੇ। ਭਗਤ ਨਾਮਦੇਵ ਜੀ ਨੂੰ ਭਗਤ ਮਾਲ ਗ੍ਰੰਥ 'ਚ ਲਿਖਿਆ ਕਿ 72 ਵਾਰ ਵਾਹਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋਏ। कुत्ते चों भी उन्हें वेखिया, एक दैंत चों भी उन्होंने देखिया, एक मुगल पठान दे विचों भी उन्होंने महाराज नूं देखिया। इउं बहुत बार भगत नामदेव जी नूं सब तो पहला दूध पीओ गोबिंदे राए, दूध पीओ मेरो मन पति आए। जिस वक्त उन्हां दा नाना किते काम गया तो दुध पिआउण का भोग लवाउण का कारज दिता, सब तो पहला उदों दर्शन होए। इउं सतगुरु नानक देव सच्चे पातशाह जी ने भी
ਪਹਿਲਾਂ ਦਰਸ਼ਨ ਕੀਤੇ ਨੇ, ਦਰਸ਼ਨਾਂ ਤੋਂ ਬਾਅਦ ਬਾਣੀ ਉਚਾਰੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਪਹਿਲੋਂ ਪਾਇਆ ਬਾਬੇ ਬਖਸ਼ਦਰ, ਪਿੱਛੋਂ ਦੇ ਕਰ ਖਾਲ ਕਮਾਈ। ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲਾਂ ਬਖਸ਼ਿਸ਼ ਦਾ ਦਰ ਪਾਇਆ। ਵੇਈ ਦੇ ਦੁਆਰਾ 3 ਦਿਨ ਸਤਿਗੁਰੂ ਜੀ ਅਲੋਪ ਰਹੇ, ਤਾਂ ਸੱਚਖੰਡ ਦੇ ਵਿੱਚ ਵਾਹਿਗੁਰੂ ਜੀ ਦੇ ਦਰਸ਼ਨ ਪਾਏ। ਪਰਮਾਤਮਾ ਨੇ ਆਖਿਆ, ਹੇ ਗੁਰੂ ਪਰਮੇਸ਼ਰ, ਸ੍ਰੀ ਗੁਰੂ ਨਾਨਕ ਦੇਵ ਜੀ ਤੈਨੂੰ ਜਿਸ ਕਾਰਜ ਲਈ ਭੇਜਿਆ ਸੀ, ਕੀ ਤੂੰ ਕਾਰਜ ਕਰ ਆਇਆ ਹੈ? ਕਹਿੰਦੇ ਮਹਾਰਾਜ ਨਹੀਂ। ਫਿਰ ਤੂੰ ਪਹਿਲਾਂ ਹੀ ਆ ਗਿਆ ਹੈ, ਉਹ ਕਾਰਜ ਕਿਉਂ ਨਹੀਂ ਕੀਤਾ? ਕਹਿੰਦੇ ਜੀ ਦੁਨੀਆ ਦੀ ਮਰਜ਼ਾਦਾ ਹੈ ਕਿ ਜਿਹੜਾ ਗੁਰੂ ਵਾਲਾ ਹੁੰਦਾ ਹੈ ਉਹੀ ਅੱਗੇ ਦੂਜੇ ਨੂੰ ਉਪਦੇਸ਼ ਦੇ ਸਕਦਾ ਹੈ। ਪਹਿਲਾਂ ਆਪ ਮੇਰੇ ਗੁਰੂ ਬਣ ਕੇ ਮੈਨੂੰ ਉਪਦੇਸ਼ ਬਖਸ਼ੋ, ਤੇ ਤਾਂ ਮੈਂ ਅੱਗੇ ਸੰਸਾਰ ਵਿੱਚ ਆਪ ਦਾ ਦਿੱਤਾ ਉਪਦੇਸ਼ ਪ੍ਰਵਿਰਤ ਕਰਾਂਗਾ। ਤਾਂ ਅਕਾਲ ਪੁਰਖ ਪਰਮਾਤਮਾ ਨੇ ਮਹਾ ਮੰਤਰ ਉਚਾਰਿਆ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਵਾਹਿਗੁਰੂ ਜੀ ਨੇ ਮਹਾ ਮੰਤਰ ਉਚਾਰਿਆ। ਜਿਹੜੇ ਪੜ੍ਹੇ ਲਿਖੇ ਗੁਰਮੁਖ ਨੇ ਇਹਨੂੰ ਮੂਲ ਮੰਤਰ ਕਹਿੰਦੇ ਨੇ। ਇੱਕੋ ਹੀ ਗੱਲ ਹੈ, ਝਗੜਾ ਕੋਈ ਨਹੀਂ। ਅਕਾਲ ਪੁਰਖ ਨੇ ਤਾਂ ਇਹੀ ਬਖਸ਼ਿਆ ਗੁਰ ਪ੍ਰਸਾਦ ਤੱਕ, ਪਰ ਆਪਾਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਦੇ ਹਾਂ। ਇਸ ਲਈ ਗੁਰੂ ਸਾਹਿਬ ਦਾ ਹੁਕਮ ਹੈ ਕਿ ਜਪ ਨਾਰ ਲਾ ਕੇ ਪੜ੍ਹਨਾ ਹੈ, ਕਿਉਂਕਿ ਪਰਮਾਤਮਾ ਨੇ ਆਖਿਆ ਕਿ ਹੇ ਗੁਰੂ ਨਾਨਕ ਸਾਹਿਬ, ਹੁਣ ਤੂੰ ਮੇਰੀ ਸਿਫਤ ਮੇਰੇ ਮੁਖ ਤੇ ਕਰ, ਕਿਉਂਕਿ ਗੁਰੂ ਦੀ ਸਿਫਤ ਗੁਰੂ ਦੇ ਮੂੰਹ ਤੇ ਕਰਨੀ ਬਣਦੀ ਹੈ। ਫਿਰ ਬਾਬੇ ਨਾਨਕ ਨੇ ਜਪ ਉਚਾਰਿਆ, ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਥੇ ਕੱਲ ਆਇਆ ਗੁਰਸਿੱਖਾਂ ਨੂੰ ਆਗਿਆ ਕੀਤੀ ਕਿ ਜਦ ਵੀ ਜਾਪ ਜਪਣਾ ਹੈ ਤਾਂ ਜਪ ਨਾਰ ਲਾ ਕੇ ਨਾਨਕ ਹੋਸੀ ਭੀ ਸੱਚ ਤੱਕ ਜਪਣਾ ਹੈ। ਮਹਾ ਮੰਤਰ ਜਾਂ ਕਹਿ ਲਓ ਮੂਲ ਮੰਤਰ ਭਾਵੇਂ ਗੁਰਪ੍ਰਸਾਦ ਤੱਕ ਵਾਹਿਗੁਰੂ ਜੀ ਨੇ ਬਖਸ਼ਿਆ, ਪਰ ਜੋ ਅਸੀਂ ਜਾਪ ਉਚਾਰਿਆ ਹੈ ਇਹ ਵੀ ਨਾਰ ਲਾ ਕੇ ਨਾਨਕ ਹੋਸੀ ਭੀ ਸੱਚ ਦਾ ਪੂਰਾ ਮੂਲ ਮੰਤਰ ਬਣਦਾ। ਇੱਥੋਂ ਤੱਕ ਜਾਪ ਜਪਣਾ ਹੈ। ਇੰਝ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ। ਫਿਰ ਸਾਰਾ ਜਪਜੀ ਸਾਹਿਬ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਈ ਰਹਾ ਲਿਵਤਾਰ, ਭੁਖਿਆ ਭੁੱਖ ਨਾ ਉਤਰੀ, ਜੇ ਬੰਨਾ ਬੁਰੀਆ ਭਾਰ, ਸਹਿਸ ਸਿਆਣਪ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਰ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇੱਥੇ ਫਿਰ ਏਕਾ ਲਾਇਆ। ਪਹਿਲੀ ਪੌੜੀ ਜਪਜੀ ਸਾਹਿਬ ਦੀ ਇੱਥੇ ਹੈ, ਪਹਿਲਾ ਮੂਲ ਮੰਤਰ ਹੈ ਤੇ ਪਹਿਲੀ ਪੌੜੀ ਇੱਥੇ। ਫਿਰ ਲਗਾਤਾਰ 38 ਪੌੜੀਆਂ ਉਪਰੰਤ ਸ਼ਲੋਕ ਪਵਨ ਗੁਰੂ ਪਾਣੀ ਬਿਤਾ ਕਹਿ ਕੇ ਕੀਤੀ ਛੁੱਟੀ ਨਾਲ ਕਹਿ ਕੇ ਸਮਾਪਤੀ ਕੀਤੀ। ਸੱਚਖੰਡ ਦੇ ਵਿੱਚ
ਸੰਪੂਰਨ ਜਪਜੀ ਸਾਹਿਬ ਉਚਾਰਿਆ। ਉਹੀ ਆ ਕੇ ਸਾਧ ਸੰਗਤ ਜੀ ਉਪਦੇਸ਼ ਬਖਸ਼ਿਆ। ਦੂਜੀ ਵਾਰ ਸਿੱਧਾਂ ਨਾਲ ਚਰਚਾ ਕਰਦਿਆਂ ਉਚਾਰਿਆ। ਤੀਜੀ ਵਾਰ ਜਦ ਪਾਵਨ ਸ੍ਰੀ ਲਹਿਣਾ ਜੀ ਨੂੰ ਸਿੱਧਾਂ ਨੇ ਮਾਲਾ ਮੰਤਰ ਪੁੱਛਿਆ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਫਿਰ ਕਰਤਾਰਪੁਰ ਉਚਾਰਿਆ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੀ ਗੁਰਬਾਣੀ ਹੈ ਇਹ ਸਾਡੇ ਗੁਰੂਆਂ ਨੇ, ਸੰਤਾਂ ਨੇ, ਭਗਤਾਂ ਨੇ ਰੱਬ ਨੂੰ ਸਾਹਮਣੇ ਬਿਠਾਲ ਕੇ ਉਚਾਰੀ ਹੈ। ਕਿਉਂਕਿ ਜਿੰਨਾ ਚਿਰ ਕੋਈ ਵੇਖਿਆ ਨਹੀਂ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ। ਪਰਮਾਤਮਾ ਦੇ ਦਰਸ਼ਨ ਕਰਕੇ ਕਿ ਵਾਹਿਗੁਰੂ ਕੈਸਾ ਹੈ, ਸੋ ਦਰ ਕੀ ਹੈ, ਸੋ ਕਰ ਕੀ ਹੈ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪਰੀ ਸੋ ਕਹੀਨ, ਕੇਤੇ ਗਾਵਨ ਹਾਰੇ, ਗਾਵੇ ਤੋਹਨੋ ਪੌਣ ਬਾਣੀ ਵੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਇਉਂ ਮਹਾਰਾਜ ਨੇ ਵਾਹਿਗੁਰੂ ਦੇ ਗੁਣ ਗਾਏ ਨੇ ਦਰਸ਼ਨ ਕਰਕੇ। ਜਬ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ, ਨਾਦ ਸਮਾਈ ਲੋਰੇ ਦੇਵਾ, ਰਹਾਉ ਜ ਝਿਲਮਿਲ ਕਾਰਜ ਸੰਤ, ਤੈ ਅਨਹਦ ਸ਼ਬਦ ਬਜੰਤਾ, ਜੋਤੀ ਜੋਤ ਸਮਾਨੇ, ਮੈਂ ਗੁਰ ਪ੍ਰਸਾਦੀ ਜਾਣੇ। ਇਉਂ ਪਹਿਲੋਂ ਪਾਇਆ ਬਾਬੇ ਬਖਸ਼ਦਾਰ, ਪਿੱਛੋਂ ਦੇ ਕਰ ਘਾਲ ਕਮਾਈ। ਘਾਲ ਕਮਾਈ ਐਂਡ ਦੇ ਦਿਨਾਂ 'ਚ ਕੀਤੀ। ਰੇ ਤੱਕ ਆਹਾਰ ਕਰ, ਰੋੜਾਂ ਦੀ ਗੁਰ ਖੜੀ ਵਿਛਾਈ। ਇਉਂ ਰੱਬ ਨੂੰ ਪਾ ਕੇ ਭਗਤੀ ਕੀਤੀ ਹੈ। ਸੋ ਇਹ ਮਹਾਰਾਜ ਤੇਰੇ ਦਰਸ਼ਨਾਂ ਦਾ ਮੇਰੇ ਮਨ ਦੇ ਵਿੱਚ ਚਾਅ ਉਤਸ਼ਾਹ ਹੈ। ਮਨ ਚਾਉ ਕਾਨੇਰਾ, ਸੁਣ ਪ੍ਰਭ ਮੇਰਾ। ਇਹ ਮੇਰੇ ਪਰਮੇਸ਼ਰ ਮੇਰੀ ਅਰਜ਼ ਸੁਣ। ਮੇਰੇ ਮਨ ਚਿੱਤ ਵਿੱਚ ਤੁਹਾਡੀ ਪ੍ਰਾਪਤੀ, ਤੁਹਾਡੇ ਦਰਸ਼ਨਾਂ ਦਾ ਬਹੁਤਾ ਉਤਸ਼ਾਹ ਹੈ। ਮੈਂ ਤੇਰਾ ਪਰਵਾਸਾ, ਅਤੇ ਮੈਨੂੰ ਤੇਰਾ ਹੀ ਭਰੋਸਾ ਆਸਰਾ ਹੈ। ਅੱਗੇ ਜਿਨ੍ਹਾਂ ਗੁਰਮੁਖਾਂ ਸੰਤਾਂ ਭਗਤਾਂ ਨੂੰ ਦਰਸ਼ਨ ਹੋਏ ਨੇ ਉਹਨਾਂ ਦੀ ਅਵਸਥਾ ਦੱਸਦੇ ਨੇ। ਦਰਸ਼ਨ ਦੇਖ ਭਈ ਨਹਿ ਕੇਵਲਾ। ਇਹ ਪਰਮੇਸ਼ਰ ਤੇਰੇ ਦਰਸ਼ਨ ਦਿਦਾਰੇ ਵੇਖ ਕੇ ਮੈਂ ਸ਼ੁੱਧ ਚਿਤ ਹੋਈ ਹਾਂ, ਜਾਂ ਵਿਸ਼ੇਸ਼ ਕਰਕੇ ਨਿਰੋਲ ਤੇਰੇ ਸ਼ੁੱਧ ਸਰੂਪ ਦੀ ਪ੍ਰਾਪਤੀ ਵਾਲੀ ਹੋ ਗਈ ਹਾਂ। ਜਨਮ ਮਰਨ ਦੁਖ ਨਾਸਾ, ਅਤੇ ਮੇਰਾ ਜੰਮਣ ਦੇ ਮਰਨ ਦਾ ਕਸ਼ਟ ਇਹ ਨਾਸ਼ ਹੋ ਗਿਆ ਹੈ। ਸਗਲੀ ਜੋਤ ਜਾਤਾ ਤੂ ਸੋਈ। ਇਹ ਪਰਮਾਤਮਾ ਸਾਰੀਆਂ ਚੰਦਰਮਾ, ਸੂਰਜ, ਅੱਗ ਆਦਿਕ ਜੋਤੀਆਂ ਵਿੱਚ ਇੱਕੋ ਸਰੂਪ ਕਰਕੇ ਤੈਨੂੰ ਹੀ ਮੈਂ ਜਾਣਨਾ ਕੀਤਾ ਹੈ। ਜਾਂ ਤੇਰੀ ਪੈਦਾ ਕੀਤੀ ਹੋਈ ਸਾਰੀ ਸ੍ਰਿਸ਼ਟੀ ਵਿੱਚ ਇਹ ਜੋਤੀ ਸਰੂਪ ਮੈਂ ਤੈਨੂੰ ਹੀ ਜਾਣਿਆ ਹੈ। ਮਿਲਿਆ ਭਾਈ ਸੁਭਾਏ, ਅਤੇ ਪ੍ਰੇਮ ਵਾਲਾ ਸੁਭਾਅ ਧਾਰਨ ਵਾਲਿਆਂ ਨੂੰ ਹੀ ਤੂੰ ਮਿਲਿਆ ਹੈ। ਜਿਹੜੇ ਪੂਰੇ ਗੁਰਾਂ ਦੀ ਮਰਜ਼ੀ ਅਨੁਸਾਰ ਹੋ ਕੇ ਚੱਲੇ ਉਹਨਾਂ ਨੂੰ ਤੂੰ ਸੁਭਾਵਕ ਪ੍ਰਕਾਸ਼ ਰੂਪ ਹੋ ਕੇ ਮਿਲਿਆ ਹੈ। ਨਾਨਕ ਸਾਜਨ ਕਉ ਬਲ ਜਾਈਆ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹੇ ਸੱਜਣ ਅਕਾਲ ਪੁਰਖ ਜੀ, ਤੇਰੇ ਤਾਈਂ ਬਲਿਹਾਰ ਜਾਈਏ। ਸਾਚ ਮਿਲੇ ਕਰ ਆਏ। ਜੇ ਮੈਂ ਸਤ ਸੰਗਤ ਰੂਪੀ ਘਰ ਦੇ ਵਿੱਚ ਆਉਣਾ ਕੀਤਾ ਤਾਂ ਤੇਰੇ ਸੱਚੇ ਨਾਮ ਸਰੂਪ ਦੇ ਨਾਲ ਮਿਲਾਪ ਹੋਇਆ, ਜਾਂ ਸੱਚੇ ਗੁਰੂ ਮਿਲੇ ਤਾਂ ਤੇਰੇ ਸਰੂਪ ਰੂਪੀ ਘਰ ਦੇ ਵਿੱਚ ਆ ਕੇ ਤੈਨੂੰ ਮਿਲੇ। ਇਹ ਪਰਮੇਸ਼ਰ ਤੇਰੇ ਤਾਈਂ ਬਲਿਹਾਰ ਜਾਈਏ। ਜੋ ਸੱਚਾ ਪਰਮੇਸ਼ਰ ਦੇ ਰੂਪੀ ਘਰ ਦੇ ਵਿੱਚ ਆ ਕੇ ਮਿਲਿਆ ਹੈ। ਘਰ ਆਏ ਅੜੇ ਸਾਜਨਾ। ਇਹ ਸੱਜਣਾ ਕਾਲ ਪੁਰਖ ਜੀ, ਜਦ ਤੁਸੀਂ ਮੇਰੇ ਅੰਤਿਕਰਨ ਰੂਪੀ ਘਰ ਦੇ ਵਿੱਚ ਆ ਕੇ ਸਥਿਤ ਹੋ ਗਏ ਤਾਂ ਧਨ ਖਾਰੀ ਸਰਸੀ ਰਾਮ। ਹੇ ਰਾਮ ਪਿਆਰੇ ਪ੍ਰਮਾਤਮਾ, ਮੇਰੀ ਜਗਿਆਸੂ ਰੂਪ ਇਸਤਰੀ ਦੀ ਆਭਾਸ ਬਿਰਤੀ
ਅਤਿਅੰਤ ਸਹਿਤ ਪ੍ਰੇਮ ਰਸ ਦੇ ਹੋ ਗਈ ਜਾਂ ਆਨੰਦਿਤ ਹੋ ਗਈ। ਅਥਵਾ ਜਦੋਂ ਮਹਾਤਮਾ ਰੂਪ ਸੱਜਣਾਂ ਦੀ ਇਕੱਤਰਤਾ ਵਾਲੇ ਸਤ ਸੰਗਤ ਰੂਪੀ ਘਰ ਦੇ ਵਿੱਚ ਆਏ, ਜਾਂ ਸੱਜਣ ਮਹਾਤਮਾ ਮੇਰੇ ਘਰ 'ਚ ਚੱਲ ਕੇ ਆਏ, ਤਾਂ ਮੇਰੀ ਜਗਿਆਸੂ ਰੂਪ ਇਸਤਰੀ ਦੀ ਬਿਰਤੀ ਅਤਿਅੰਤ ਪ੍ਰੇਮ ਰਸ ਸਹਿਤ ਹੋ ਗਈ। ਜਦ ਬਿਰਤੀ ਪ੍ਰੇਮ ਰਸ ਸਹਿਤ ਹੋਈ ਤਾਂ ਹਿਰਦੇ ਰੂਪੀ ਘਰ ਦੇ ਵਿੱਚ ਸ਼ੁਭ ਗੁਣ ਰੂਪ ਸੱਜਣ ਆਏ। ਜਦ ਸ਼ੁਭ ਗੁਣ ਰੂਪ ਸੱਜਣ ਆਏ ਤਾਂ ਮੇਰੀ ਜਗਿਆਸੂ ਰੂਪ ਇਸਤਰੀ ਦੀ ਬਿਰਤੀ ਅਦਕ ਤਾਤਪਰਜ ਦੇ ਸਹਿਤ ਹੋ ਗਈ, ਅਤੇ ਸੱਜਣ ਪਰਮੇਸ਼ਰ ਜੀ ਅੰਤःਕਰਨ ਰੂਪੀ ਘਰ ਵਿੱਚ ਆ ਕੇ ਸਾਖਿਆਤਕਾਰ ਹੋ ਗਏ। ਹਰ ਮੋਹਿਆੜੀ ਸਾਚ ਸ਼ਬਦ। ਇਹ ਹਰੀ ਪਰਮੇਸ਼ਰ ਸੱਚੇ ਗੁਰਾਂ ਦੀ ਉਪਦੇਸ਼ ਕਰਕੇ ਮੇਰੇ ਚਿੱਤ ਦੀ ਬਿਰਤੀ ਤੇਰੇ ਤੇ ਮੋਹਿਤ ਹੋ ਗਈ ਹੈ। ਇਸੇ ਪ੍ਰਕਾਰ ਹਰ ਮੋਹਿਆੜੀ ਸਾਚ ਸ਼ਬਦ। ਇਹ ਹਰੀ ਸੱਚੇ ਗੁਰਾਂ ਦੀ ਉਪਦੇਸ਼ ਦੀ ਕਮਾਈ ਕਰਕੇ ਤੇਰੇ ਤਾਈਂ ਮੋਹ ਲਿਆ, ਭਾਵ ਵਸ ਕਰ ਲਿਆ। ਅਤੇ ਠਾਕਰ ਦੇਖ ਰਹੰਸੀ ਰਾਮ। ਇਹ ਸੁਆਮੀ ਪਰਮੇਸ਼ਰ ਜੀ ਤੇਰੇ ਦੀਦਾਰ ਵੇਖ ਕੇ ਚਿੱਤ ਦੀ ਬਿਰਤੀ ਪ੍ਰਸੰਨਤਾ ਦੀ ਸਹਿਤ ਆਨੰਦਿਤ ਹੋ ਗਈ ਹੈ। ਗੁਣ ਸੰਗ ਰਹੰਸੀ ਖਰੀ ਸਰਸੀ। ਇਹ ਸਾਰੇ ਰੰਗਾਂ ਦੇ ਵਿੱਚ ਜਾਂ ਰਵੀ ਰੰਗ ਰਤਾ। ਰੰਗੇ ਹੋਏ ਜਾਂ ਭਗਤਾਂ ਨੂੰ ਆਪਣੇ ਆਨੰਦ ਸਰੂਪ ਦੇ ਵਿੱਚ ਰੰਗਣ ਵਾਲੇ ਪਰਮੇਸ਼ਰ, ਜਾਂ ਚਿੱਤ ਦੀ ਬਿਰਤੀ ਤੇਰੇ ਵਿੱਚ ਮਿਲੀ ਅਭੇਦ ਹੋਈ, ਤਾਂ ਸ਼ੁਭ ਗੁਣ ਜਾਂ ਗਿਆਨ ਆਦਿਕ ਦੇ ਨਾਲ ਮਿਲ ਕੇ ਪ੍ਰਸੰਨਤਾ ਦੀ ਪ੍ਰਾਪਤੀ ਕਰਕੇ ਅਤਿਅੰਤ ਸਹਿਤ ਪ੍ਰੇਮ ਰਸ ਦੇ ਹੋ ਗਈ। ਜਾਂ ਮਹਾਰਾਜ ਫਰਮਾਉਂਦੇ ਨੇ, ਗੁਣ ਸੰਗ ਰਹੰਸੀ ਖਰੀ ਸਰਸੀ। ਸ਼ੁਭ ਗੁਣਾਂ ਦੀ ਸੰਗਤ ਕਰਕੇ ਰਹੱਸ ਭਾਵ ਸਿਧਾਂਤ ਦੀ ਪ੍ਰਾਪਤੀ ਕਰਕੇ ਅਤਿਅੰਤ ਸਹਿਤ ਪ੍ਰੇਮ ਰਸ ਦੇ ਹੋ ਗਈ। ਜਾਂ ਰਵੀ ਰੰਗ ਰਤਾ। ਇਉਂ ਜਦ ਚਿੱਤ ਦੀ ਬਿਰਤੀ ਇਹਨਾਂ ਗੁਣਾਂ ਦੀ ਸਹਿਤ ਹੋਈ ਤਾਂ ਇਹ ਸਾਰਿਆਂ ਰੰਗਾਂ ਦੇ ਵਿੱਚ ਪਰਮੇਸ਼ਰ ਮੈਂ ਤੇਰੀ ਪ੍ਰਾਪਤੀ ਦੇ ਆਨੰਦ ਨੂੰ ਮਾਨਣਾ ਕੀਤਾ। ਅਵਗਣ ਮਾਰ ਗੁਣੀ ਕਰ ਛਾਇਆ। ਇਹ ਕਰਮਾਂ ਦੇ ਅਨੁਸਾਰ ਫਲ ਦੇਣ ਵਾਲੇ ਪੂਰਾ ਪੁਰਖ ਵਿਧਾਤਾ। ਫਲ ਪ੍ਰਦਾਤੇ ਪੂਰਨ ਅਕਾਲ ਪੁਰਖ ਜੀ, ਤੁਸੀਂ ਕਿਰਪਾ ਕਰਕੇ ਕਾਮ ਕ੍ਰੋਧ ਆਦਿਕ ਔਗਣਾਂ ਨੂੰ ਮਾਰ ਕੇ ਸਤ ਸੰਤੋਖ ਦਇਆ ਧਰਮ ਵਿਚਾਰ ਜਾਂ ਗਿਆਨ ਆਦਿ ਗੁਣਾਂ ਨਾਲ ਮੇਰਾ ਅੰਤःਕਰਨ ਰੂਪੀ ਘਰ ਢੱਕ ਲਿਆ ਹੈ। ਜਾਂ ਸ਼ੁਭ ਗੁਣਾਂ ਦਾ ਘਰ ਅੰਤःਕਰਨ ਵਿੱਚ ਪੂਰੀਆ ਭਾਵ ਬਣ ਗਿਆ। ਜਾਂ ਅਗਿਆਨ ਆਦਿਕ ਔਗਣ ਨੂੰ ਮਾਰ ਕੇ ਗਿਆਨ ਸਰੂਪ ਪਰਮੇਸ਼ਰ ਤੈਨੂੰ ਅੰਤःਕਰਨ ਰੂਪੀ ਘਰ ਵਿੱਚੋਂ ਹੀ ਪਾ ਲਿਆ ਹੈ। 10 ਕਰ ਮਾਰ ਵਸੇ ਪੰਚਾਇਣ। ਇਹ ਪਰਮੇਸ਼ਰ ਪੂਰੇ ਗੁਰਾਂ ਨੇ ਅਦਲ ਕਰੇ ਵਿਚਾਰੇ। ਨਿਰਣਾ ਵਿਚਾਰ ਕਰਕੇ ਅਦਲ ਨਿਆਂ ਕੀਤਾ ਹੈ। ਇਸ ਕਰਕੇ ਮੈਂ ਕਾਮ ਆਦਿਕ ਚੋਰਾਂ ਨੂੰ ਮਾਰ ਕੇ ਤੇਰੇ ਪੰਚਾਇਨ ਸ੍ਰੇਸ਼ਟਤਾਈ ਵਾਲੇ ਸੱਚਖੰਡ ਰੂਪੀ ਘਰ ਦੇ ਵਿੱਚ ਵਸੀ ਹਾਂ। ਇਸੇ ਪ੍ਰਕਾਰ 10 ਕਰ ਮਾਰ ਵਸੇ ਪੰਚਾਇਣ। ਜਿਹੜੀ ਜੀਵ ਰੂਪ ਇਸਤਰੀ ਕਾਮ ਆਦਿਕ ਚੋਰਾਂ ਨੂੰ ਮਾਰ ਕੇ ਮਹਾਤਮਾ ਦੇ ਘਰ ਭਾਵ ਸਤਸੰਗਤ ਵਿੱਚ ਵਸੀ ਹੈ। ਅਦਲ ਕਰੀ ਵਿਚਾਰੇ। ਉਹਨੇ ਵਿਚਾਰ ਦੁਆਰਾ ਸਤ ਦਾ ਇਨਸਾਫ ਨਿਰਣਾ ਕਰ ਲਿਆ। ਜਾਂ ਸੰਤ ਜਨ ਵਿਚਾਰ ਪੂਰਵਕ ਉਸ ਦਾ ਨਿਆਂ ਕਰਦੇ ਹਨ। ਇਸੇ ਪ੍ਰਕਾਰ 10 ਕਰ ਮਾਰ ਵਸੇ ਪੰਚਾਇਣ। ਜਦ ਕਾਮ ਆਦਿਕ ਚੋਰਾਂ ਨੂੰ ਮਾਰਨੇ ਵਾਲੇ ਪੰਜ ਮਹਾਤਮਾ ਜਨਾਂ ਦੇ ਘਰ
ਭਾਵ ਉਹਨਾਂ ਦੀ ਸੰਗਤ ਦੇ ਵਿੱਚ ਵਸਣਾ ਕੀਤਾ। ਅਦਲ ਕਰੇ ਵਿਚਾਰੇ, ਤਾਂ ਨਿਆਂ ਕਰਨ ਵਾਲੇ ਪਰਮੇਸ਼ਰ ਦੇ ਸਰੂਪ ਦੀ ਵਿਚਾਰ ਪ੍ਰਾਪਤ ਹੋ ਗਈ ਹੈ। ਇਸੇ ਪ੍ਰਕਾਰ 10 ਕਰ ਮਾਰ ਵਸੇ ਪੰਚਾਇਣ, ਜੋ ਕਾਮ ਆਦਿਕਾਂ ਦੇ ਮਾਰਨੇ ਵਾਲੇ ਤੇ ਵਿਚਾਰ ਕੇ ਅਦਲ ਕਰਨ ਵਾਲੇ ਮਹਾਤਮਾ ਜਨ ਹਨ। ਅਦਲ ਕਰੇ ਵਿਚਾਰੇ, ਜਦੋਂ ਉਹਨਾਂ ਅਦਲ ਕਰਨ ਵਾਲੇ ਮਹਾਤਮਾ ਜਨਾਂ ਦੇ ਘਰ ਭਾਵ ਸੰਗਤ ਦੇ ਵਿੱਚ ਵਸੀ, ਤਦੋਂ ਉਹਨਾਂ ਨੇ ਵਿਚਾਰ ਕੇ ਨਿਆਂ ਕੀਤਾ ਤੇ ਮੇਰੇ ਕਾਮ ਆਦਿਕ ਚੋਰ ਮਾਰੇ, ਤੇ ਮੈਂ 5 ਸ੍ਰੇਸ਼ਟਤਾਈ ਦਾ ਘਰ ਜੋ ਸਤ ਸੰਤੋਖ ਆਦਿ ਗੁਣ ਨੇ ਉਹਨਾਂ ਗੁਣਾਂ ਦੇ ਵਿੱਚ ਵਸੀ। ਜਦ ਗੁਣਾਂ ਦੇ ਵਿੱਚ ਵਸੀ ਤਦ ਵਿਚਾਰ ਕੇ ਅਦਲ ਕਰਨ ਵਾਲੇ ਤੇ ਕਾਮ ਆਦਿਕਾਂ ਦੇ ਮਾਰਨ ਵਾਲੇ ਸ੍ਰੇਸ਼ਟਤਾਈ ਦਾ ਘਰ ਜਾਂ 5 ਤੱਤਾਂ ਦੇ ਘਰ ਬ੍ਰਹਮ ਚੇਤਨ ਦੇ ਸਰੂਪ ਦੇ ਵਿੱਚ ਵਸੀ। ਨਾਨਕ ਰਾਮ ਨਾਮ ਨਿਸਤਾਰਾ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਹੇ ਰਾਮ ਪਰਮੇਸ਼ਰ, ਤੇਰੇ ਨਾਮ ਨੂੰ ਜਪ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਗੁਰਮਤਿ ਮਿਲੈ ਪਿਆਰੇ, ਪਰੰਤੂ ਹੇ ਪਿਆਰੇ, ਤੇਰਾ ਜੋ ਵਾਹਿਗੁਰੂ ਨਾਮ ਹੈ, ਇਹ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਇਹ ਗੁਰਮਤਿ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਨਾਲ ਗੁਰ ਸਿੱਖਿਆ ਦੁਆਰਾ ਹੀ ਮਿਲਦਾ ਹੈ। ਕੋਈ ਇਕੱਲਾ ਦੁਕੱਲਾ ਕਿਸੇ ਹੋਰ ਦੇ ਪਾਸੋਂ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਆਪ ਦੀ ਕਮਾਈ ਨਹੀਂ ਹੁੰਦੀ। ਆਪ ਕਹੋ ਅਮਰਾ ਉਪਦੇਸ਼, ਗੁਰੂ ਨਾਨਕ ਸਾਹਿਬ ਨੇ 4 ਯੁੱਗ ਭਗਤੀ ਕੀਤੀ ਹੈ ਵਾਹਿਗੁਰੂ ਮੰਤਰ ਦੀ। ਇਸ ਲਈ ਜਿਹੜੇ ਪਿਆਰੇ ਗੁਰਾਂ ਦੀ ਸਿੱਖਿਆ 'ਚ ਮਿਲਦੇ ਨੇ, ਰਾਮ ਪਰਮੇਸ਼ਰ ਦਾ ਨਾਮ ਜਪ ਕੇ ਗੁਰੂ ਨਾਨਕ ਸਾਹਿਬ ਦੇ ਰਾਹੀਂ ਉਹਨਾਂ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਜਿਹੜੇ ਜਹਾਜ਼ ਨੇ ਉਹ ਸਾਰੇ ਹੀ ਮੰਜ਼ਿਲ ਦੇ ਪਹੁੰਚਾਉਣ ਦੀ ਸਮਰੱਥਾ ਰੱਖਦੇ ਨੇ, ਪਰ ਜਿਹਦੀ ਵਾਰੀ ਹੋਵੇ, ਕਾਊਂਟਰ 'ਤੇ ਲੱਗਾ ਹੋਵੇ, ਉਡਾਨ ਭਰਨੀ ਹੋਵੇ, ਉਹਦੇ 'ਚ ਬੈਠਾਂਗੇ ਤਾਂ ਸਹੀ ਟਾਈਮ 'ਤੇ ਆਪਾਂ ਟਿਕਾਣੇ 'ਤੇ ਪਹੁੰਚ ਪਾਵਾਂਗੇ। ਜਿਹਦੀ ਵਾਰੀ ਨਹੀਂ, ਵਾਰੀ ਤੋਂ ਬਗੈਰ ਹੀ ਬੈਠੇ ਰਹੋ। ਕਲਯੁਗ ਦੇ ਵਿੱਚ ਗੁਰੂ ਨਾਨਕ ਨਾਮ ਸਿਖਾਲਾ, ਕਲਯੁਗ ਨਾਨਕ ਨਾਮ ਸਿਖਾਲਾ, ਗੁਰੂ ਨਾਨਕ ਸਾਹਿਬ ਦੀ ਵਾਰੀ ਹੈ। ਇਸ ਲਈ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨ ਕਰੋ ਤੇ ਵਾਹਿਗੁਰੂ ਮੰਤਰ ਦੀ 5 ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਨਾਲ ਪ੍ਰਾਪਤੀ ਕਰੀਏ, ਜਿਸ ਕਰਕੇ ਮਹਾਰਾਜ ਸਾਡੇ ਰਖਵਾਲੇ ਹੋਣ। ਇਹ ਲੋਕ ਸੁਖੀ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੀ ਦਾਤ ਪਾ ਸਕੀਏ ਜੀ। ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। 10 ਕਰ ਮਾਰ ਵਸੇ ਪੰਚਾਇਨ, ਅਦਲ ਕਰੇ ਵਿਚਾਰੇ। ਨਾਨਕ ਰਾਮ ਨਾਮ ਨਿਸਤਾਰਾ, ਗੁਰਮਤਿ ਮਿਲੈ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਬਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਗਾਵੋ ਹਰੀ ਕੀ ਰਾਮਾਨੁਜ ਨੇ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।